जी आया सारे पत्रकार भाईचारे ਨੂੰ। ਅੱਜ ਦੀ ਜਿਹੜੀ ਕਾਨਫਰੰਸ ਹੈ ਪ੍ਰੈਸ ਕਾਨਫਰੰਸ ਹੈ ਇਹ ਨਾਨਕਸ਼ਾਹੀ ਮੂਲ ਕੈਲੰਡਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2003 ਦੇ ਵਿੱਚ ਰਿਲੀਜ਼ ਕੀਤਾ ਸੀਗਾ ਉਸ ਨੂੰ ਅੱਜ ਅਸੀਂ 2019 ਦੇ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਰਿਲੀਜ਼ ਕੀਤਾ। ਨਾਨਕਸ਼ਾਹੀ ਮੂਲ ਕੈਲੰਡਰ ਹੈ ਜਿਹੜਾ 2003 ਵਾਲਾ। ਸੋ ਅੱਜ ਇਸ ਕੈਲੰਡਰ ਨੂੰ ਅਕਾਲ ਤਖਤ ਸਾਹਿਬ ਤੋਂ ਅਸੀਂ ਅਰਦਾਸ ਕਰਕੇ ਜਥੇਦਾਰ ਕੇਵਲ ਸਿੰਘ ਉਹਨਾਂ ਨੇ ਅਰਦਾਸ ਕੀਤੀ ਹੈ ਅਤੇ ਉੱਥੇ ਅਸੀਂ ਸਕੱਤਰੇਤ ਦੇ ਸਾਹਮਣੇ ਇਹਨੂੰ ਰਿਲੀਜ਼ ਕੀਤਾ। ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਸਾਹਮਣੇ ਰਿਲੀਜ਼ ਕਰਨ ਲੱਗਿਆਂ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਉਹਨਾਂ ਨੇ ਕੁਛ ਉੱਥੇ ਆਪਣਾ ਵਿਰੋਧ ਵੀ ਕੀਤਾ ਇਸ ਗੱਲ ਨੂੰ ਕਿ ਇੱਥੋਂ ਨਾ ਰਿਲੀਜ਼ ਕੀਤਾ ਜਾਵੇ, ਪਰ ਆਖਰਕਾਰ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉੱਥੋਂ ਅਸੀਂ ਇਹ ਰਿਲੀਜ਼ ਕਰ ਦਿੱਤਾ ਕੈਲੰਡਰ ਅੱਜ ਦਾ। ਇਹ ਜੋ ਤੁਸੀਂ ਦੇਖ ਰਹੇ ਹੋ ਇਹ ਅਸਲੀ ਕੈਲੰਡਰ ਹੈ ਅਤੇ ਇਹ ਜੋ ਪਿਛਲੇ ਸਾਲ ਦੀ ਅਹਿਮ ਘਟਨਾ ਸੀਗੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜੋ ਸਿੱਖ ਪੰਥ ਨੂੰ ਸਮਰਪਿਤ ਕੀਤਾ ਗਿਆ ਪਿਛਲੇ ਸਾਲ, ਉਸ ਨੂੰ ਅਸੀਂ ਇਹ ਕੈਲੰਡਰ ਹੈ ਜਿਹੜਾ ਇਹ ਨਾਨਕਸ਼ਾਹੀ ਮੂਲ ਕੈਲੰਡਰ ਹੈ ਸਮਰਪਿਤ ਕੀਤਾ ਅਤੇ ਇਸ ਕੈਲੰਡਰ ਦੇ ਵਿੱਚ ਅਸੀਂ ਪਾਕਿਸਤਾਨ ਦਾ ਥੈਂਕਸ ਕੀਤਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਇਸ ਗੱਲ ਦਾ, ਔਰ ਉਸ ਗੱਲ ਦੇ ਇਨੀਸ਼ੀਏਟਿਵ ਦੇ ਉੱਤੇ ਅਸੀਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਹੈ ਜਿਹੜਾ ਪਾਕਿਸਤਾਨ ਦਾ, ਉਹਨਾਂ ਨੂੰ ਅਸੀਂ ਥੈਂਕਸ ਕਿਹਾ ਅਤੇ ਜੋ ਲੱਖਾਂ ਲੋਕਾਂ ਦੀਆਂ ਕਰੋੜਾਂ ਸਿੱਖਾਂ ਦੀਆਂ ਅਰਦਾਸਾਂ ਸੀਆਂ ਉਹ ਪਾਕਿਸਤਾਨ ਦੇ ਇਨੀਸ਼ੀਏਟਿਵ ਨਾਲ ਗੌਰਮੈਂਟ ਆਫ ਪਾਕਿਸਤਾਨ ਦੇ ਇਨੀਸ਼ੀਏਟਿਵ ਦੇ ਨਾਲ ਪੂਰੀਆਂ ਹੋਈਆਂ ਔਰ ਅੱਜ ਸਾਰੇ ਲੋਕ ਹੈ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜੋ ਸਿੱਖ ਹੈ ਜਾ ਸਕਦੇ ਆ। ਸੋ ਇਹ ਅੱਜ ਦਾ ਜੋ ਕੈਲੰਡਰ ਹੈ ਉਹਨਾਂ ਨੂੰ ਸਮਰਪਿਤ ਹੈ। ਸੋ ਇਸ ਕੈਲੰਡਰ ਦੇ ਸੰਬੰਧ ਦੇ ਵਿੱਚ ਬਾਕੀ ਦੀ ਜੋ ਵੀ ਗੱਲਬਾਤ ਹੈ ਉਹ ਤੁਹਾਨੂੰ ਸਾਡੇ ਬਲਾਕ ਚੀਫ ਸਪੋਕਸਪਰਸਨ ਭਾਈ ਕਮਲਪਾਲ ਸਿੰਘ ਹੁਣੀ ਦੱਸਣਗੇ। ਖਾਲਸਾ ਪੰਥ ਦੀ ਇੱਕ ਲੰਬੀ ਜੱਦੋਜਹਿਦ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ। ਇਸ ਕੈਲੰਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਜਲਾਸ ਦੇ ਵਿੱਚ ਪਾਸ ਕੀਤਾ ਗਿਆ ਅਤੇ 14 ਅਪ੍ਰੈਲ ਨੂੰ ਕਿਰਪਾਲ ਸਿੰਘ ਬਡੂੰਗਰ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦਮਦਮਾ ਸਾਹਿਬ ਤੋਂ ਰਿਲੀਜ਼ ਕੀਤਾ। ਉਸ ਵੇਲੇ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਅਤੇ ਬਡੂੰਗਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ। ਸੋ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਸ ਨੂੰ ਜਾਰੀ ਕੀਤਾ ਔਰ ਇਜਲਾਸ ਤੋਂ ਪਾਸ ਕੀਤਾ ਗਿਆ ਔਰ ਪੰਥ ਨੂੰ ਭਰੋਸੇ ਵਿੱਚ ਲੈ ਕੇ ਉਸ ਵੇਲੇ ਇਹ ਕੈਲੰਡਰ ਹੋਂਦ ਵਿੱਚ ਆਇਆ ਸੀ। ਇੱਕ ਲੰਮਾ ਸਮਾਂ ਇਸ ਕੈਲੰਡਰ ਦੇ ਤਹਿਤ ਸਿੱਖ ਪੰਥ ਨੇ ਆਪਣੇ ਦਿਨ ਤਿਉਹਾਰ ਮਨਾਏ, ਪਰ 2010 ਦੇ ਵਿੱਚ ਅਕਾਲ ਤਖਤ 'ਤੇ ਜਦੋਂ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜਿਹੜੇ ਬਾਅਦ ਵਿੱਚ ਵਿਵਾਦਤ ਵੀ ਹੋ ਗਏ, ਦਾਗੀ ਵੀ ਹੋ ਗਏ ਔਰ ਰੁਸਵਾ ਕਰਕੇ ਘਰ ਵੀ ਭੇਜੇ ਗਏ, ਉਹਨਾਂ ਨੇ ਇਸ ਕੈਲੰਡਰ ਨੂੰ ਸੋਧਾਂ ਦੇ ਨਾਂ ਹੇਠ ਇਸ ਦੀ ਰੂਹ ਨੂੰ ਮਾਰਿਆ। 3 ਵਿੱਚ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਪਦਵੀ 'ਤੇ ਬੈਠੇ ਵਿਅਕਤੀ ਨੇ ਲਾਗੂ ਕੀਤਾ ਅਤੇ 2010 ਵਿੱਚ ਉਸੇ ਪਦਵੀ 'ਤੇ ਬੈਠੇ ਵਿਅਕਤੀ ਨੇ ਇਸ ਦੀ ਰੂਹ ਦਾ ਕਤਲ ਕੀਤਾ। ਇਸ ਦੀ ਜਿਹੜੀ ਯੂਨੀਕਨੈਸ ਸੀ, ਨਿਵੇਕਲਾਪਨ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ ਔਰ ਹੌਲੀ ਹੌਲੀ ਇਸ ਨੂੰ ਬਿਕਰਮੀ ਕੈਲੰਡਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਸਿੱਖ ਪੰਥ ਦੇ ਨਾਲ ਇੱਕ ਧੋਖਾ, ਕਿਉਂਕਿ ਬਿਕਰਮੀ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੀ ਆੜ ਹੇਠ ਦੇ ਨਾਂ ਹੇਠ ਛਾਪਿਆ ਜਾ ਰਿਹਾ। ਇਹਨਾਂ 'ਚ ਇੰਨਾ ਹੀਆਂ ਨਹੀਂ ਹੈ ਕਿ ਇਹ ਕਹਿ ਸਕਣ ਕਿ ਬਿਕਰਮੀ ਕੈਲੰਡਰ ਅਸੀਂ ਛਾਪ ਰਹੇ ਹਾਂ। ਇਸ ਨੂੰ ਇਹਨਾਂ ਨੇ ਬੁਰਕਾ ਨਾਨਕਸ਼ਾਹੀ ਕੈਲੰਡਰ ਦਾ ਪਾਇਆ ਹੋਇਆ। ਮੌਜੂਦਾ ਉਸੇ ਪਦਵੀ 'ਤੇ ਬੈਠੇ ਸ਼ਖਸੀਅਤ ਦੀ ਇਹ ਰੋਲ ਅਤੇ ਭੂਮਿਕਾ ਬਣਦੀ ਹੈ
ਕਿ ਉਹ ਆਪਣੇ ਪਿਛਲੇ ਜਥੇਦਾਰ ਦੀ ਗਲਤੀ ਨੂੰ ਸੁਧਾਰਨ। ਪੰਥ ਵਿੱਚ ਇਸ ਕੈਲੰਡਰ ਕਰਕੇ ਦੁਫੇੜ ਹੈ, ਵੰਡ ਹੈ। ਲੰਮੇ ਸਮੇਂ ਤੋਂ 10 ਸਾਲ ਤੋਂ ਪੰਥ ਇਸ ਵੰਡੀ ਦਾ ਸ਼ਿਕਾਰ ਹੈ ਔਰ ਬਹੁਤ ਥਾਵਾਂ 'ਤੇ ਗੁਰਪੁਰਬ 2-2 ਵਾਰ ਮਨਾਏ ਜਾਂਦੇ ਨੇ। ਦਲ ਖਾਲਸਾ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ, ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਹਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਹਨ ਅਤੇ ਆਪਣਾ ਅਸੀਂ ਸਟੈਂਡ ਪਹਿਲੇ ਦਿਨ ਤੋਂ ਕਲੀਅਰ ਕੀਤਾ ਹੋਇਆ ਕਿ ਅਸੀਂ ਆਪਣੇ ਦਿਨ ਤਿਉਹਾਰ ਇਸ ਕੈਲੰਡਰ ਅਨੁਸਾਰ ਹੀ ਮਨਾਵਾਂਗੇ। ਸੋ ਅਸੀਂ ਆਪਣੀ ਉਸ ਵਚਨਬੱਧਤਾ ਦੇ ਤਹਿਤ ਅੱਜ 2003 ਵਾਲਾ ਕੈਲੰਡਰ ਜਿਹੜਾ ਸੰਮਤ 552 ਜਾਰੀ ਕੀਤਾ। ਜਦੋਂ ਅਸੀਂ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਗਏ ਹਾਂ ਅਤੇ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਹਾ ਗਿਆ ਕਿ ਇੱਥੇ ਤੁਸੀਂ ਜਾਰੀ ਨਾ ਕਰੋ, ਕਿਉਂਕਿ ਜਥੇਦਾਰ ਵੀ ਇੱਥੋਂ ਜਾਰੀ ਨਹੀਂ ਕਰਦੇ, ਉਹ ਆਪਣੇ ਸਕੱਤਰੇਤ ਤੋਂ ਜਾਰੀ ਕਰਦੇ ਨੇ। ਸੋ ਅਸੀਂ ਉਹਨਾਂ ਦੀ ਇਹ ਗੱਲ ਨੂੰ ਮੰਨਦੇ ਹੋਏ, ਕਿਉਂਕਿ ਉੱਥੇ ਮਰਿਆਦਾ ਦੇ ਵਿੱਚ ਕੋਈ ਸਮੱਸਿਆ ਨਾ ਪੈਦਾ ਹੋਵੇ, ਅਸੀਂ ਉਹਨਾਂ ਨੂੰ ਕਹਿ ਦਿੱਤਾ ਠੀਕ ਹੈ, ਅਸੀਂ ਅਕਾਲ ਤਖਤ ਸਕੱਤਰੇਤ ਜਾ ਕੇ ਹੀ ਹੁਣ ਜਾਰੀ ਕਰਾਂਗੇ, ਜਿੱਥੋਂ ਜਥੇਦਾਰ ਕਰਦੇ ਨੇ। ਸੋ ਸਾਡੇ ਕਹਿਣ ਤੋਂ ਬਾਅਦ ਉਹ ਖਾਮੋਸ਼ ਹੋ ਗਏ। ਉਹਨਾਂ ਨੇ ਕਿਹਾ ਠੀਕ ਹੈ। ਜਦੋਂ ਅਸੀਂ ਅਕਾਲ ਤਖਤ ਸਕੱਤਰੇਤ ਪਹੁੰਚੇ ਅਰਦਾਸ ਕਰਨ ਤੋਂ ਬਾਅਦ, ਉੱਥੇ ਖੜੀ ਟਾਸਕ ਫੋਰਸ ਨੇ ਸਾਨੂੰ ਰੋਕਿਆ। ਅੱਲੜ ਸੇਵਾਦਾਰ ਸੀ, ਬੇਸਮਝ ਸੀਗੇ, ਸੂਝ-ਬੂਝ ਤੋਂ ਸਖਣੇ ਸੀਗੇ। ਉਹਨਾਂ ਨੂੰ ਸੰਗਤ ਦੇ ਨਾਲ ਅਤੇ ਜਥੇਬੰਦੀਆਂ ਦੇ ਨਾਲ ਗੱਲਬਾਤ ਦੀ ਕੋਈ ਵੀ ਟ੍ਰੇਨਿੰਗ ਨਹੀਂ ਹੈਗੀ। ਉਹਨਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਖਿੱਚੋਤਾਣ ਦੇ ਵਿੱਚ ਇੱਕ ਕੈਲੰਡਰ ਫਟ ਗਿਆ। ਲੇਕਿਨ ਅਸੀਂ ਇੱਕੋ ਤਰਕ 'ਤੇ ਰਹੇ ਕਿ ਜੇ ਅਕਾਲ ਤਖਤ ਸਾਰਿਆਂ ਦਾ, ਸਾਰੇ ਸਿੱਖਾਂ ਦਾ ਸਾਂਝਾ ਹੈ, ਅਤੇ ਫਿਰ ਸਾਨੂੰ ਇੱਥੇ ਕੈਲੰਡਰ ਜਾਰੀ ਕਰਨ ਦਾ ਹੱਕ ਕਿਉਂ ਨਹੀਂ। ਇਸ ਗੱਲ ਦੇ ਉੱਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਉੱਥੇ ਸੇਵਾ ਨਿਭਾ ਰਹੇ ਨੇ ਮੌਜੂਦਾ, ਉਹਨਾਂ ਦੇ ਜਿਹੜੇ PA ਸੀ ਜਾਂ ਸ਼ਾਇਦ ਜਿਹੜੇ PA ਸੀਗੇ, ਮੇਰੇ ਖਿਆਲ PA ਦੇ ਨਾਲ ਜਿਹੜੇ ਆਫਿਸ ਦੇ ਇੰਚਾਰਜ ਵੀ ਨੇ, ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਸਾਡੀ ਗੱਲ ਸੁਣਨ ਤੋਂ ਬਾਅਦ ਟਾਸਕ ਫੋਰਸ ਨੂੰ ਇਹ ਹਦਾਇਤ ਦਿੱਤੀ ਕਿ ਇਹਨਾਂ ਨੂੰ ਹੱਕ ਹੈ, ਇਹ ਆਪਣੀ ਕਾਰਵਾਈ ਇੱਥੋਂ ਕਰ ਸਕਦੇ ਨੇ, ਇਹ ਕੈਲੰਡਰ ਜਾਰੀ ਕਰ ਸਕਦੇ ਨੇ। ਸੋ ਅਸੀਂ ਫਿਰ ਅਕਾਲ ਤਖਤ ਸਕੱਤਰੇਤ ਤੋਂ ਆਪਣਾ ਕੈਲੰਡਰ ਜਾਰੀ ਕੀਤਾ। ਇਸ ਕੈਲੰਡਰ ਨੂੰ ਜਾਰੀ ਕਰਨ ਮੌਕੇ ਅਸੀਂ ਕੈਲੰਡਰ ਦੇ ਉੱਤੇ ਇੱਕ ਜਿਹੜੀ ਵਿਸ਼ੇਸ਼ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹੀ ਜਾਰੀ ਕਰਨ ਮੌਕੇ ਉੱਥੇ, ਕਿ ਬੜੀਆਂ ਰੀਝਾਂ ਦੇ ਨਾਲ 2003 ਦੇ ਵਿੱਚ ਇਹ ਕੈਲੰਡਰ ਸਾਰੇ ਪੰਥ ਨੇ ਰਲ ਕੇ ਜਾਰੀ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਾਪਸ ਨਹੀਂ ਲੈ ਸਕਦੀ, ਤੋੜ ਮਰੋੜ ਨਹੀਂ ਸਕਦੀ। ਤੁਸੀਂ ਕੌਮ ਨੂੰ ਧੋਖਾ ਨਾ ਦਿਓ। ਬਿਕਰਮੀ ਕੈਲੰਡਰ ਦੇ ਨਾਂ ਹੇਠ ਜੋ ਤੁਸੀਂ ਕਰ ਰਹੇ ਹੋ, ਸਿੱਖ ਇੱਕ ਵੱਖਰੀ ਕੌਮ ਹੈ, ਇੱਕ ਵੱਖਰਾ ਧਰਮ ਹੈ, ਅਸੀਂ ਕਿਸੇ ਦੇ ਅੰਗ ਨਹੀਂ ਹਾਂ, ਸਾਨੂੰ ਬਿਕਰਮੀ ਕੈਲੰਡਰ ਪ੍ਰਵਾਨ ਨਹੀਂ ਹੈ ਔਰ ਇਹ ਅਕਾਲ ਤਖਤ ਦਾ ਹੀ ਫੈਸਲਾ ਹੈ। ਅਤੇ ਅਸੀਂ ਅੱਜ ਅਕਾਲ ਤਖਤ 'ਤੇ ਬੈਠੇ ਸੇਵਾਦਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਕਾਲ ਤਖਤ ਦੇ ਇਸ ਫੈਸਲੇ ਦੀ ਰੌਸ਼ਨੀ ਵਿੱਚ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖ ਇੱਕ ਵੱਖਰਾ ਧਰਮ ਹੈ, ਇਸ ਦੀ ਰੌਸ਼ਨੀ ਵਿੱਚ ਸਿੱਖਾਂ ਦਾ ਇੱਕ ਕੈਲੰਡਰ ਚਾਹੀਦਾ। ਮੂਲ ਨਾਨਕਸ਼ਾਹੀ ਕੈਲੰਡਰ ਸਾਰਿਆਂ ਨੇ ਮਿਲ ਕੇ ਜਾਰੀ ਕੀਤਾ ਸੀ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਇਸ ਕੈਲੰਡਰ ਵਿੱਚ, ਤੁਸੀਂ ਕੈਲੰਡਰ ਮਾਹਿਰਾਂ ਦੀ ਕਮੇਟੀ ਬਿਠਾ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਪਰ ਉਸ ਕਮੇਟੀ ਦੇ ਵਿੱਚ ਸਾਧ ਸੰਤ ਜਾਂ ਗ੍ਰੰਥੀ ਨਹੀਂ ਚਾਹੀਦੇ, ਉਸ ਦੇ ਵਿੱਚ ਮਾਹਿਰ ਹੀ ਚਾਹੀਦੇ ਨੇ। ਸੋ ਇਹ ਸ਼੍ਰੋਮਣੀ ਕਮੇਟੀ ਜਿਹੜੀ ਮੌਜੂਦਾ ਹੈ ਅਤੇ ਅਕਾਲ ਤਖਤ ਦੇ ਜਿਹੜੇ ਸੇਵਾ ਨਿਭਾ ਰਹੇ ਨੇ ਸ਼ਖਸੀਅਤ, ਉਹਨਾਂ ਦੀ ਇਹ ਜ਼ਿੰਮੇਵਾਰੀ ਅਤੇ ਰੋਲ ਬਣਦਾ ਹੈ ਕਿ ਉਹ ਇਸ ਵੱਲ ਧਿਆਨ ਦੇਣ, ਇਹ ਵੰਡੀਆਂ ਦੂਰ ਕਰਨ। ਅਸੀਂ ਵੀ ਚਾਹੁੰਦੇ ਹਾਂ, ਬਹੁਤ ਸਾਰੇ ਹੋਰ ਮਾਮਲਿਆਂ ਦੇ ਵਿੱਚ ਸਾਡੇ ਵਖਰੇਵੇਂ ਨੇ, ਅਸੀਂ ਚਾਹੁੰਦੇ ਹਾਂ ਏਕਾ ਹੋਵੇ, ਅਸੀਂ ਸਾਰੇ ਸਿੱਖ ਰਲ ਮਿਲ ਕੇ ਇਹ ਦਿਨ ਤਿਉਹਾਰ ਇੱਕੋ ਦਿਨ ਮਨਾਈਏ। ਇਹ ਦੁਨੀਆ ਵਾਸਤੇ ਵੀ ਇੱਕ ਤਮਾਸ਼ਾ ਹੈ ਔਰ ਹਾਸੋਹੀਣੀ ਗੱਲ ਹੈ ਕਿ ਅਸੀਂ ਵੱਖਰੇ ਵੱਖਰੇ ਦਿਨ ਮਨਾਉਂਦੇ ਹਾਂ।
सो ਜਿਹੜੇ ਵਿਅਕਤੀ ਪਦਵੀਆਂ ਤੇ ਸੀਟਾਂ ਤੇ ਬੈਠੇ ਨੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਉਹ ਇਸ ਵੰਡੀ ਨੂੰ ਦੂਰ ਕਰਨ, ਸਾਰਿਆਂ ਨੂੰ ਇਕੱਠਿਆਂ ਕਰਨ। ਜੇ ਕੋਈ ਗੱਲਬਾਤ ਕਰਨ ਦਾ ਉਹ ਸਮਝਦੇ ਨੇ ਕਿ ਕੋਈ ਗੱਲਬਾਤ ਦੀ ਗੁੰਜਾਇਸ਼ ਹੈ ਇਸ ਕੈਲੰਡਰ ਵਿੱਚ, ਤਾਂ ਉਹ ਬੈਠ ਕੇ ਮਾਹਿਰਾਂ ਦੀ ਕਮੇਟੀ ਬਿਠਾ ਕੇ ਗੱਲ ਕਰ ਸਕਦੇ ਨੇ। ਸੋ ਇਹ ਤਾਂ ਹੈਗੀ ਕੈਲੰਡਰ ਨਾਲ ਰਿਲੇਟਡ ਗੱਲ। ਦੂਸਰੀ ਗੱਲ ਹੈ ਕਿ ਕੈਲੰਡਰ ਨੂੰ ਅਸੀਂ ਡੈਡੀਕੇਟ ਕੀਤਾ ਜਿਹੜੀ ਇਸ ਸਦੀ ਦੀ ਸਭ ਤੋਂ ਵੱਡੀ ਮੀਲ ਪੱਥਰ ਉਪਲਬਧੀ ਹੈ, ਉਹ ਹੈ ਕਰਤਾਰਪੁਰ ਕੋਰੀਡੋਰ। ਅਸੀਂ ਇਸ ਕੈਲੰਡਰ ਰਾਹੀਂ ਪਾਕਿਸਤਾਨ ਦਾ ਧੰਨਵਾਦ ਵੀ ਕੀਤਾ, ਜਿਸ ਦੇ ਇਨੀਸ਼ੀਏਟਿਵ ਦੇ ਨਾਲ ਇਹ ਲਾਂਘਾ ਹੋਂਦ ਵਿੱਚ ਆਇਆ, ਜਿਸ ਦੇ ਇਨੀਸ਼ੀਏਟਿਵ ਦੇ ਨਾਲ ਭਾਰਤ ਸਰਕਾਰ ਵੀ ਮੰਨੀ। ਭਾਰਤ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ। ਅਸੀਂ ਤਾਂ 30 ਸਾਲ ਤੋਂ ਮੰਗ ਕਰ ਰਹੇ ਸੀ, ਅਰਦਾਸਾਂ ਵੀ ਹੋ ਰਹੀਆਂ ਸੀ, ਪਰ ਭਾਰਤ ਸਰਕਾਰ ਨੇ ਉਦੋਂ ਹੀ ਕੈਬਨਿਟ ਦੇ ਵਿੱਚ ਮਤਾ ਪਾਸ ਕੀਤਾ ਜਦੋਂ ਪਾਕਿਸਤਾਨ ਸਰਕਾਰ ਮੰਨ ਗਈ ਅਤੇ ਉੱਥੋਂ ਪੈਗਾਮ ਆ ਗਿਆ ਨਵਜੋਤ ਸਿੰਘ ਸਿੱਧੂ ਰਾਹੀਂ। ਉਸ ਤੋਂ ਬਾਅਦ ਹਿਲਜੁਲ ਸ਼ੁਰੂ ਹੋਈ ਹੈ। ਸੋ ਅਸੀਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਔਰ ਇਹ ਲਾਂਘਾ ਸਾਕਾਰ ਹੋਇਆ। ਸੋ ਅਸੀਂ ਇਸ ਕੈਲੰਡਰ ਦੇ ਵਿੱਚ ਅਰਦਾਸ ਤੋਂ ਜੱਫੀ ਅਤੇ ਜੱਫੀ ਤੋਂ ਹਕੀਕਤ ਤੱਕ ਦਾ ਜਿਹੜਾ ਸਫ਼ਰ ਹੈ ਉਹ ਬੜਾ ਬਰੀਫ ਜਿਹਾ ਕੈਲੰਡਰ ਦੇ ਵਿੱਚ ਛਾਪਿਆ। ਇਹ ਕੈਲੰਡਰ ਅਸੀਂ ਹੋਲੇ ਮਹੱਲੇ 'ਤੇ ਵੀ ਲੋਕਾਂ ਤੱਕ ਪਹੁੰਚਦਾ ਕਰਾਂਗੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਪਾਕਿਸਤਾਨ ਜਦੋਂ ਵਿਸਾਖੀ ਦਾ ਤਿਉਹਾਰ, ਵਿਸਾਖੀ ਦੇ ਦਿਹਾੜੇ ਉੱਥੇ ਇੱਕ ਜਿਹੜਾ ਮੇਲਾ ਲੱਗਦਾ ਹੈ, ਜਿਹੜਾ ਉੱਥੇ ਮਨਾਇਆ ਜਾਂਦਾ ਹੈ ਖਾਲਸਾ ਸਾਜਨਾ ਦਿਵਸ, ਉਸ ਮੌਕੇ ਪਾਕਿਸਤਾਨ ਵੀ ਅਸੀਂ ਜਾਰੀ ਕਰਾਂਗੇ ਅਤੇ ਉੱਥੇ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆਈ ਹੈ ਉਹਦੇ 'ਚ ਵੀ ਵੰਡਿਆ ਜਾਏਗਾ ਅਤੇ ਉੱਥੋਂ ਦੀ ਸਰਕਾਰ ਨੂੰ ਵੀ ਇਹ ਭੇਂਟ ਕੀਤਾ ਜਾਏਗਾ। ਸੋ ਹਾਂਜੀ, ਸੋ ਇਸ ਕੈਲੰਡਰ ਦੇ ਬਾਬਤ ਅਸੀਂ ਇੱਕ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਕੈਲੰਡਰ ਬਾਬਤ ਮਨਸੂਬੇ ਘੜੇ ਗਏ ਸੀਗੇ ਪਹਿਲਾਂ, ਜਿਹੜੇ ਕੈਲੰਡਰ ਬਾਬਤ ਗਲਤ ਬਿਆਨਬਾਜ਼ੀਆਂ ਕੀਤੀਆਂ ਗਈਆਂ ਸੀ ਅਤੇ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਮੈਸੇਜ ਹੈ ਕਿ ਇਹ ਲਾਂਘਾ ਸਾਨੂੰ ਬਹੁਤ ਪਿਆਰਾ ਹੈ। ਅਸੀਂ ਇਸ ਦੇ ਖਿਲਾਫ ਕੋਈ ਵੀ ਜਿਹੜੀ ਗੱਲ ਹੈ ਉਹ ਬਰਦਾਸ਼ਤ ਨਹੀਂ ਕਰਦੇ ਔਰ ਇਸ ਲਾਂਘੇ ਦੇ ਹਕੀਕਤ ਵਿੱਚ ਆਉਣ ਨਾਲ ਉਹ ਸਾਰੇ ਮਨਸੂਬੇ ਫੇਲ ਹੋ ਗਏ ਨੇ। ਪਰ ਕੁਛ ਤਰ੍ਹਾਂ ਅਜੇ ਵੀ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਲਾਂਘੇ ਦੇ ਪਿੱਛੇ ਜਿਹੜੀ ਸਪਿਰਿਟ ਕੰਮ ਕਰਦੀ ਹੈ ਉਸ ਨੂੰ ਤਾਰਪੀਡੋ ਕੀਤਾ ਜਾਵੇ। ਲਾਂਘੇ ਬਾਰੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਵੀ ਹੋਈਆਂ ਨੇ, ਲੇਕਿਨ ਉਹਨਾਂ ਨੂੰ ਪੰਜਾਬ ਦੀਆਂ ਪਾਰਟੀਆਂ ਨੇ ਔਰ ਪੰਜਾਬ ਦੇ ਲੋਕਾਂ ਨੇ ਔਰ ਸਿੱਖ ਪੰਥ ਨੇ ਬਹੁਤ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਹੈ। ਲੇਕਿਨ ਇਸ ਦੇ ਬਾਵਜੂਦ ਅਸੀਂ ਫਿਰ ਵੀ ਖਬਰਦਾਰ ਕਰਦੇ ਹਾਂ ਕਿ ਇਸ ਲਾਂਘੇ ਬਾਬਤ ਜਿਹੜੇ ਵੀ ਕਿਸੇ ਨੂੰ ਕੋਈ ਭੁਲੇਖੇ ਨੇ, ਭਰਮ ਨੇ ਜਾਂ ਮਨਸੂਬੇ ਨੇ, ਉਹ ਖਾਲਸਾ ਪੰਥ ਉਹਨਾਂ ਨੂੰ ਬਰਦਾਸ਼ਤ ਵੀ ਨਹੀਂ ਕਰੇਗਾ ਅਤੇ ਕਾਮਯਾਬ ਵੀ ਨਹੀਂ ਹੋਣ ਦੇਗਾ। ਸੋ ਲਾਂਘਾ ਸਾਡੀ ਜਿੰਦ ਜਾਨ ਹੈ ਅਤੇ ਜਿਹੜਾ ਕਰਤਾਰਪੁਰ ਕੋਰੀਡੋਰ ਬਾਰੇ ਅਖਬਾਰਾਂ ਦੇ ਵਿੱਚ ਬਹੁਤ ਸਾਰੀ ਵਾਰੀ ਚਰਚਾ ਹੁੰਦੀ ਹੈ ਕਿ ਬਹੁਤ ਘੱਟ ਸੰਗਤ ਜਾ ਰਹੀ ਹੈ, ਉਹਦੇ ਬਹੁਤ ਸਾਰੇ ਕਾਰਨ ਨੇ। ਇੱਕ ਕਾਰਨ ਪਾਸਪੋਰਟ, ਕੁਛ ਸੈਕਸ਼ਨ ਦਾ ਇਹ ਵੀ ਕਹਿਣਾ ਹੈ ਕਿ ਫੀਸ ਜ਼ਿਆਦਾ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਭਾਰਤ ਸਰਕਾਰ ਦੀ ਸ਼ੁਰੂ ਤੋਂ ਜਿਹੜੀ ਮਨਸ਼ਾ ਕਿ ਇਹ ਕਾਮਯਾਬ ਨਾ ਹੋਵੇ, ਪਹਿਲਾਂ ਤਾਂ ਉਹਨਾਂ ਦੀ ਮਨਸ਼ਾ ਸੀ ਬਣੇ ਨਾ, ਕਿਉਂਕਿ DGP ਨੇ ਆਪਣੀ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ 'ਚ ਵੀ ਕਿਹਾ ਕਿ ਮੈਂ ਜਦੋਂ IB ਸੀ, ਇਹ ਬਹੁਤ ਵਾਰ ਗੱਲ ਸਾਡੇ ਸਾਹਮਣੇ ਆਈ ਸੀ ਅਤੇ ਸਿਕਿਉਰਿਟੀ ਰੀਜ਼ਨਸ ਕਰਕੇ ਅਸੀਂ ਇਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਸੀ, ਅਸੀਂ ਇਸ ਨੂੰ ਮਤਲਬ ਕੰਸੀਡਰ ਨਹੀਂ ਸੀ ਕੀਤਾ। ਸੋ ਸਿਕਿਉਰਿਟੀ ਰੀਜ਼ਨਸ ਇਕੱਲੇ ਇੰਡੀਆ ਲਈ ਨਹੀਂ ਹੈ, ਸਿਕਿਉਰਿਟੀ ਰੀਜ਼ਨਸ ਪਾਕਿਸਤਾਨ ਲਈ ਵੀ ਹੈ। ਜਿਹੜੀ ਸੰਗਤ ਜਾਂਦੀ ਹੈ, ਜਿਹੜੇ ਲੋਕ ਜਾਂਦੇ ਇੱਧਰੋਂ ਉੱਧਰ ਜਾਂਦੇ ਨੇ, ਫਿਕਰ ਉਹਨਾਂ ਨੂੰ ਵੀ ਹੋਣਾ ਚਾਹੀਦਾ। ਪਰ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਿਆ, ਜਿਹੜੀ ਸਿੱਖ ਮੁਸਲਿਮ ਸਾਂਝ ਹੈ ਉਸ ਨੂੰ ਮੱਦੇਨਜ਼ਰ ਰੱਖਿਆ ਅਤੇ ਜਿਹੜੀ ਕਮਿਟਮੈਂਟ ਉਹਨਾਂ ਨੇ ਕੀਤੀ ਸੀ ਇਮਰਾਨ ਖਾਨ ਨੇ, ਹਾਲਾਂਕਿ ਉਸ ਤੋਂ ਬਾਅਦ ਕਸ਼ਮੀਰ ਦਾ ਮਸਲਾ ਵੀ ਸਾਹਮਣੇ ਆਇਆ, ਬਹੁਤ ਕੁਝ ਹੋਇਆ, ਲੇਕਿਨ ਉਹਨਾਂ ਨੇ ਜਿਹੜੀ ਕਮਿਟਮੈਂਟ ਸਿੱਖਾਂ ਨਾਲ ਕੀਤੀ ਸੀ ਉਹ ਪੂਰੀ ਕੀਤੀ ਔਰ ਉਹਨਾਂ ਨੇ ਆਪਣੀ ਜਿਹੜੀ ਕਮਿਟਮੈਂਟ ਦੇ ਨਾਲ ਨਾਲ ਸਿੱਖ ਪੰਥ ਨੂੰ ਇਹ ਇੱਕ ਤੋਹਫਾ ਵੀ ਦਿੱਤਾ। ਸੋ ਜਿਹੜੀ ਇੱਕ ਇੱਧਰ ਤੌਖਲੇ ਨੇ ਉਹ ਤਾਂ ਹੈਗੇ ਹੀ ਨੇ, ਪਰ ਤੁਹਾਨੂੰ ਇਹ ਹੈਰਾਨਗੀ ਹੋਏਗੀ ਕਿ ਜਦੋਂ ਅਸੀਂ ਨੈੱਟ 'ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਜਾਣ ਲਈ ਆਪਣੇ ਨਾਮ ਭਰਦੇ ਹਾਂ
ਤੇ ਉਹ ਅਧਿਕਾਰ ਇੰਡੀਆ ਕੋਲ ਹੁੰਦਾ ਹੈ ਕਿ ਕਿਹਨੂੰ ਜਾਣ ਦਿੱਤਾ ਜਾਵੇ ਤੇ ਕਿਹਨੂੰ ਨਾ ਜਾਣ ਦਿੱਤਾ ਜਾਵੇ। ਸਾਡੇ ਸਤਿਕਾਰਯੋਗ ਸਾਬਕਾ ਪ੍ਰਧਾਨ ਹਰਚੰਦਜੀਤ ਸਿੰਘ ਧਾਮੀ ਨੇ ਇਹਨਾਂ ਨੇ ਪਰਿਵਾਰ ਸਮੇਤ ਆਪਣੇ ਨਾਮ ਭਰੇ, ਬਾਕੀ ਸਾਰੇ ਪਰਿਵਾਰ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਕਿ ਇਹਨਾਂ ਨੂੰ ਮੈਸੇਜ ਆ ਗਿਆ ਕਿ ਤੁਸੀਂ ਨਹੀਂ ਜਾ ਸਕਦੇ, ਸੌਰੀ। ਹੁਣ ਸਾਨੂੰ ਨਹੀਂ ਪਤਾ ਕਿ ਇਹ ਇਸ ਏਜ ਵਿੱਚ ਜਿਹੜੇ DGP ਨੇ ਕਿਹਾ ਸੀਗਾ ਕਿ ਇਹ ਪੋਟੈਂਸ਼ੀਅਲ ਟੈਰਰਿਸਟ ਨੇ, ਕਿ ਇਹ 6 ਘੰਟੇ 'ਚ ਉੱਥੋਂ ਟ੍ਰੇਨਿੰਗ ਲੈ ਕੇ ਆ ਜਾਣਗੇ, ਉਹਨਾਂ ਦੇ ਵਿੱਚ ਆਉਂਦੇ ਨੇ। ਸਾਡੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰਮੋਏ ਨੇ, ਉਹਨਾਂ ਨੇ ਭਰਿਆ, ਉਹਨਾਂ ਦੇ ਬਾਕੀ ਪਰਿਵਾਰ ਨੂੰ ਪਰਮਿਸ਼ਨ ਮਿਲ ਗਈ, ਉਹਨਾਂ ਦਾ ਨਾਂ ਕੱਟ ਦਿੱਤਾ ਗਿਆ, ਸੌਰੀ ਆ ਗਿਆ। ਸੋ ਬਾਕੀ ਦੇਸ਼ਾਂ ਵਿੱਚ ਜਾ ਰਹੇ ਨੇ, ਬਾਕੀ ਦੇਸ਼ਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ ਪਾਕਿਸਤਾਨ ਨੂੰ ਵੀ ਕੋਈ ਪ੍ਰੋਬਲਮ ਨਹੀਂ, ਇੰਡੀਆ ਨੂੰ ਕੀ ਪ੍ਰੋਬਲਮ ਹੈ ਇਹ ਸਾਨੂੰ ਸਮਝ ਨਹੀਂ ਆਉਂਦੀ। ਪਾਕਿਸਤਾਨ ਕੋਲ ਟੈਕਨੋਲੋਜੀ ਜ਼ਿਆਦਾ ਹੈ ਜੀ ਬਾਕੀ ਦੇਸ਼ਾਂ ਨਾਲੋਂ? ਨਹੀਂ, ਜਿੱਦਾਂ ਬਾਕੀ ਦੀ ਹੈਗੀ ਹੈ, ਬਾਕੀ ਐਟ ਪਾਰ ਹੈ ਵਿੱਚ, ਨਹੀਂ ਦੂਸਰੀਆਂ ਕੰਟਰੀਆਂ 'ਚ ਜਾਂਦੇ ਹੋਣਗੇ ਤੇ ਤਾਦਾਦ ਰਹਿ ਕੇ ਆਉਂਦੇ ਹੋਣਗੇ। ਚਲੋ ਇਹ ਤਾਂ ਤੁਸੀਂ ਆਪਾਂ ਇੰਡੀਅਨ ਗਵਰਨਮੈਂਟ ਨੂੰ ਸੁਜੈਸ਼ਨ ਦਈਏ ਨਾ, ਐਡਵਾਈਸ ਦਈਏ ਕਿ ਜੇ ਉਹਦੇ ਕੋਲ ਟੈਕਨੋਲੋਜੀ ਜ਼ਿਆਦਾ ਤੇ ਤੁਸੀਂ ਆਪਣੀ ਟ੍ਰੇਨਿੰਗ ਆਪਣੇ ਸੋਲਜਰਸ ਉੱਥੋਂ ਟ੍ਰੇਨ ਕਰਵਾ ਲਓ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਕੋਲ 2 ਮਿਸਾਲਾਂ ਨੇ, ਸਾਡੇ ਕੋਲ ਹੋਰ ਵੀ ਮਿਸਾਲਾਂ ਨੇ। ਕਈਆਂ ਨੇ ਪਰਿਵਾਰਾਂ ਨੇ ਆਪਣੇ ਨਾਮ ਭਰੇ ਤੇ ਪਰਿਵਾਰਾਂ 'ਚੋਂ ਬੰਦੇ ਨੂੰ ਦੇ ਦਿੱਤਾ ਗਿਆ, ਔਰਤ ਦਾ ਡ੍ਰੌਪ ਹੋ ਗਿਆ, ਔਰਤ ਨੂੰ ਦਿੱਤਾ ਗਿਆ, ਬੰਦੇ ਦਾ ਡ੍ਰੌਪ ਹੋ ਗਿਆ। ਸੋ ਇਹਦਾ ਮਤਲਬ ਹੈ ਕਿ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਜਾਣਾ ਚਾਹੁੰਦੇ ਨੇ, ਪਰ ਇੰਡੀਅਨ ਗਵਰਨਮੈਂਟ ਦੀ ਜਿਹੜੀ ਮੰਸ਼ਾ ਹੈ ਕਿ ਉਹ ਕਲੀਅਰ ਘੱਟ ਨਾ ਕਰ ਰਹੀ ਹੈ, ਮੇਰਾ ਕਹਿਣ ਦਾ ਭਾਵ ਹੈ ਉਹ ਕਲੀਅਰ ਹੀ ਬਹੁਤ ਘੱਟ ਨਾ ਕਰ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਵੈਰੀਫਿਕੇਸ਼ਨ ਦੇ ਨਾਂ 'ਤੇ, ਜਿਹੜੀ ਪੁਲਿਸ ਵੈਰੀਫਿਕੇਸ਼ਨ ਦੇ ਨਾਂ 'ਤੇ ਇੱਕ ਖੌਫ ਹੈ, ਉਹ ਵੀ ਕ੍ਰੀਏਟ ਕੀਤਾ ਜਾ ਰਿਹਾ। ਸੋ ਇਸੇ ਕਰਕੇ ਕਿ ਜਿਹੜਾ ਕੋਰੀਡੋਰ ਹੈ ਉਹ ਫਲਰਿਸ਼ ਨਾ ਕਰੇ, ਸੰਗਤਾਂ ਵੱਧ ਤੋਂ ਵੱਧ ਨਾ ਜਾਣ ਔਰ ਲੋਕਾਂ ਦਾ ਜਿਹੜਾ ਉਤਸ਼ਾਹ ਘਟੇ, ਇਸ ਕਰਕੇ ਮਤਲਬ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮੰਸ਼ਾ ਹੈ ਉਹ ਡਾਊਟਫੁਲ ਹੈ। ਸੋ ਚਲੋ ਜਿੰਨਾ ਵੀ ਮਤਲਬ ਉਹਨਾਂ ਕੋਲ ਆਪਣੀ ਸੰਗਤਾਂ ਕੋਲ ਹੋ ਸਕਦਾ, ਅਸੀਂ ਇਹ ਵੀ ਇੱਕ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਦੇ ਵਿੱਚ ਇਸ ਕੈਲੰਡਰ ਰਾਹੀਂ ਜਿੰਨੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਾਂ, ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਤੱਕ ਆਪਣੀ ਗੱਲ ਨੂੰ ਪਹੁੰਚਦਾ ਕਰੀਏ। ਪਹਿਲਾਂ ਲੋਕ ਡਰਦੇ ਸੀ ਕਿ ਪਾਕਿਸਤਾਨ ਦੇ ਜਾਣ ਦੇ ਨਾਲ ਜਿਹੜੀ ਪਾਸਪੋਰਟ ਤੇ ਮੋਹਰ ਲੱਗਦੀ ਹੈ ਤੇ ਦੂਸਰੀਆਂ ਕੰਟਰੀਆਂ 'ਚ ਜਾਣ ਲੱਗਿਆ ਮੁਸ਼ਕਲ ਪੈਦਾ ਹੁੰਦੀ ਹੈ। ਹੁਣ ਜਿਹੜਾ ਅੱਤਵਾਦ ਬਣ ਜਾਣਾ ਇੱਕ ਕਰ ਦਿੱਤਾ ਤੇ ਆਇਆਂ ਨੂੰ ਵੀ ਪੁਲਿਸ ਸਟੇਸ਼ਨ ਸੱਦ ਕੇ ਦੁਬਾਰਾ ਵੈਰੀਫਿਕੇਸ਼ਨ ਕਰਨੀ ਜਾਂ ਉਹਨਾਂ ਦੀ ਭੁੱਖ ਪੜਤਾਲ ਕਰਨੀ, ਕਿ ਇਹ ਲਾਂਘੇ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ? ਦੇਖੋ, ਇਹ ਬੜੀ ਪੁਰਾਣੀ ਧਾਰਨਾ ਹੈ ਕਿ ਜਿਹੜਾ ਪਾਕਿਸਤਾਨ ਜਾਏਗਾ ਉਹਨੂੰ ਦੂਸਰੀਆਂ ਕੰਟਰੀਆਂ ਵੀਜ਼ਾ ਨਹੀਂ ਦਿੰਦੀਆਂ। ਉਹਨਾਂ ਨੂੰ ਤੁਸੀਂ ਇਹ ਪੁੱਛੋ ਕਿ ਜਿਹੜੇ ਪਾਕਿਸਤਾਨ ਦੇ 20, 30, 40 ਕਰੋੜ ਲੋਕ ਨੇ, ਕੀ ਦੂਸਰੀ ਕੰਟਰੀ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੀਆਂ? ਜਦੋਂ ਉਹ ਪਾਕਿਸਤਾਨ ਦੇ ਪਾਸਪੋਰਟ 'ਤੇ ਮੋਹਰ ਲਾ ਸਕਦੀਆਂ ਨੇ, ਤੇ ਤੁਹਾਡੇ 'ਤੇ ਇੱਕ ਮੋਹਰ ਹੈ ਨਾ ਪਾਕਿਸਤਾਨ ਦੀ, ਅਤੇ ਉਹ ਤਾਂ ਪਾਕਿਸਤਾਨ ਦੇ ਪਾਸਪੋਰਟ 'ਤੇ ਅਮਰੀਕਾ ਦੇ ਵਿੱਚ ਇੰਡੀਅਨ ਨਾਲੋਂ ਪਾਕਿਸਤਾਨੀ ਜ਼ਿਆਦਾ ਨੇ। ਜੇ ਉਹ ਪਾਕਿਸਤਾਨੀ ਨੂੰ ਵੀਜ਼ਾ ਦੇ ਸਕਦੇ ਨੇ, ਤੁਹਾਨੂੰ ਕਿਉਂ ਨਹੀਂ ਦੇਣਗੇ? ਜਿਹੜੇ ਉਧਰੋਂ ਸਾਡੇ ਹੈਗੇ NRIs, ਜੇ ਉਹ ਪਾਕਿਸਤਾਨ ਆ ਕੇ ਮੁੜ ਜਾਣ ਤਾਂ ਜਦੋਂ ਉਹ ਸੈਕੰਡ ਟਾਈਮ ਇੱਥੇ ਇੰਡੀਆ ਦਿੱਲੀ ਆਉਂਦੇ ਆ, ਉਹਨਾਂ ਨੂੰ ਇੰਡੀਆ ਵਾਲੇ ਜ਼ਰੂਰ ਹਰਾਸ ਕਰਦੇ ਆ ਕਿ ਤੁਸੀਂ ਉਧਰ ਕਿਉਂ ਗਏ ਸੀ, ਸੀਗੇ, ਉੱਥੋਂ ਆ ਗਏ, ਕਿਹਨੂੰ ਮਿਲੇ ਹੋ? ਜਿਹੜੇ NRIs ਹੈ ਜੋ ਆਪਣੇ ਤੌਰ ਤੇ ਉਧਰੋਂ ਆ ਕੇ ਵਾਪਸ ਚਲੇ ਜਾਂਦੇ ਆ ਵੀ ਤੁਸੀਂ ਕਿਹਨੂੰ ਮਿਲੇ ਸੀ, ਕੀ ਕੀਤਾ ਸੀ, ਕਦੋਂ ਗਏ ਸੀ। ਸੋ ਉਸ ਹਰਾਸਮੈਂਟ ਤੋਂ ਡਰਦੇ ਆ। ਇਹ ਉਹ ਹਰਾਸਮੈਂਟ ਇੰਡੀਆ ਦੀ ਹੈ, ਬਾਕੀਆਂ ਦੀ ਕੋਈ ਗੱਲ ਨਹੀਂ। ਔਰ ਵਾਂਸ ਜੇ ਪਾਸਪੋਰਟ ਇਸ਼ੂ ਕਰ ਦਿੱਤਾ, ਤੁਸੀਂ ਟਰੈਵਲ ਡਾਕੂਮੈਂਟ ਹੈ, ਅਸੀਂ ਤੇ ਕਹਿੰਦੇ ਹਟਾਓ, ਫਿਰ 4 ਦਿਨ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਦਾ ਕੀ ਮਤਲਬ ਹੈ? ਫਿਰ ਲੰਬੜਦਾਰ ਕੋਲ ਜਾਓ, MC ਕੋਲ ਜਾਓ, ਉਹਨਾਂ ਨੂੰ ਵਾਂਸ ਜੇ ਤੁਸੀਂ ਪਾਸਪੋਰਟ ਇਸ਼ੂ ਕਰ ਦਿੱਤਾ, ਫਿਰ ਤੁਸੀਂ ਕਿਉਂ ਰੋਕਦੇ ਆ ਉਹਨਾਂ ਨੂੰ? ਔਰ ਫਿਰ ਮੈਨੂੰ ਉਸ ਪੋਟੈਂਸ਼ੀਅਲ ਟੈਰਰਿਸਟ ਸਮਝਦੇ ਆ, ਮੈਨੂੰ ਉਹ ਨਹੀਂ ਰੋਕਿਆ, ਬਾਕੀ ਫੈਮਿਲੀ ਨੂੰ ਅਲਾਓ ਕੀਤਾ। ਮੈਂ 6 ਘੰਟੇ ਦੇ ਵਿੱਚ ਉੱਥੋਂ ਟ੍ਰੇਨਿੰਗ ਲੈ ਕੇ ਆ ਜਾਣੀ ਸੀ। ਡਰ ਹੋਣਾ ਨਾ ਤੁਹਾਨੂੰ? ਇਹ ਇਮਰਾਨ ਖਾਨ ਨੂੰ ਕਿਉਂ ਮਾਣ ਦਿੱਤਾ ਗਿਆ ਜੀ? ਜਿਹੜੇ ਗੁਰਪਾਲ ਜੀ, ਇਹ ਕੈਲੰਡਰ ਤੇ ਛੱਪਣ ਦਾ ਮਾਣ ਸਿਰਫ ਇਮਰਾਨ ਖਾਨ ਨੂੰ ਮਿਲਿਆ ਜੀ। ਉਹ ਬੀਇੰਗ ਪ੍ਰਾਈਮ ਮਿਨਿਸਟਰ, ਪੂਰੀ ਸਰਕਾਰ, ਪੂਰੀ ਕੰਟਰੀ ਉਹਦੇ ਵਿੱਚ ਆ ਜਾਂਦੀ ਹੈ, ਪੂਰੀ ਕੰਟਰੀ ਇੱਕ ਦੇ ਵਿੱਚ ਆ ਜਾਂਦੀ ਹੈ। ਪਾਕਿਸਤਾਨ ਲਿਖਿਆ ਉਹ ਥੱਲੇ ਲਿਖਿਆ ਹੋਇਆ ਜੀ, ਪੜ੍ਹ ਲਿਆ ਜੀ। ਦਿਖਾਈ ਨਹੀਂ ਗਈ ਨਹੀਂ ਜੀ, ਤੁਸੀਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਅੱਜ, ਬਹੁਤ ਵਧੀਆ ਗੱਲ ਹੈ। ਜਿਹੜੇ ਲੋਕਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਸੀ, ਉਹਨਾਂ ਬਾਰੇ ਹੁਣ ਤੁਸੀਂ ਕੀ ਸੋਚਦੇ ਹੋ?
ਉਹਨਾਂ ਨੇ ਤਾਂ ਕਤਲ ਇੱਕ ਡੇਰੇ ਦਾ ਮੁਖੀ ਉਹਨਾਂ ਨੇ ਤਾਂ ਕਤਲ ਕਰ ਦਿੱਤਾ ਨਾ। ਹੁਣ ਅਸੀਂ ਤਾਂ ਅਫਸੋਸ ਹੀ ਮਨਾ ਸਕਦੇ ਹਾਂ ਨਾ। 2003 ਤੋਂ ਹੀ ਐਕਟਿਵ ਸੀਗੇ ਉਹ ਜਿਹੜੇ ਅਪੋਜ਼ ਕਰਦੇ ਸੀ ਮੇਨਲੀ ਕੌਣ ਸੀ? ਆਰਐਸਐਸ ਨੇ ਫਰੋਮ ਦਾ ਵੈਰੀ ਫਸਟ ਡੇ ਇਹਨੂੰ ਅਪੋਜ਼ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਨਹੀਂ ਟਕਸਾਲ ਦਾ ਮੁਖੀ ਨਹੀਂ ਤੇ ਫਿਰ ਉਹਨਾਂ ਨੇ ਜਿਹੜਾ ਸੰਤ ਸਮਾਜ ਜਿਹੜੇ ਮੈਂ ਪੂਰੀ ਤਰ੍ਹਾਂ ਕਹਿੰਦਾ ਦਮਦੀ ਟਕਸਾਲ ਦੇ ਮੁਖੀ ਉਹਨਾਂ ਜਿਹੜੇ ਨੂੰ ਸੰਪਰਦਾਵਾਂ ਇਨਵੋਲਵ ਨੇ ਕੀਤਾ। ਹਰਨਾਮ ਸਿੰਘ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ। ਅਸੀਂ ਇਹ ਕੋਈ ਗੱਲ ਨਹੀਂ ਕਰ ਰਹੇ। ਅਸੀਂ ਕਹਿ ਰਹੇ ਹਾਂ ਸਾਰਿਆਂ ਨੂੰ ਇਕੱਠਿਆਂ ਕਰੋ। ਕੌਮ ਦੇ ਨਾਲ ਧੋਖਾ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਵਖਰੇਵੇਂ ਨੇ ਉਹ ਇਕੱਠੇ ਹੋਣ। ਸਿੱਖ ਆਇਡੈਂਟੀਟੀ ਨੂੰ ਉਹਨੇ ਚੈਲੰਜ ਕੀਤਾ। ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਹੈ, ਅਸੀਂ ਕਿਹਾ ਤੁਸੀਂ ਆਪਣੀ ਕਨਵੀਨੀਅੰਸ ਦੇ ਜੇ ਤੁਸੀਂ ਸੰਮਤ ਨਾਲ ਹੀ ਬਣਾਉਣਾ ਹੈ, ਚੰਦਰਮਾ ਦੇ ਦਿਹਾੜਿਆਂ ਨਾਲ ਮਾਨਣਾ ਹੈ, ਤੇ ਜਿਹੜਾ 6 ਜੂਨ ਹੈ ਉਹ ਕਿਉਂ ਸੰਤਾਂ ਦੀ ਵਰਸੀ ਹਰ ਸਾਲ 6 ਜੂਨ ਨੂੰ ਮਨਾਉਂਦੇ ਆ? ਉਹ ਵੀ ਕਦੀ ਤੁਹਾਡੀ ਜੁਲਾਈ ਚ ਆਏਗੀ, ਕਦੀ ਮਈ ਚ ਆਏਗੀ। ਜਿੱਦਾਂ 10ਵੇਂ ਪਾਤਸ਼ਾਹ ਦਾ ਗੁਰਪੁਰਬ ਕਦੀ ਸਾਲ ਚ 2 ਵਾਰੀ ਆਉਂਦਾ ਹੈ, ਕਦੀ ਆਉਂਦਾ ਨਹੀਂ। ਇਹ ਉਹਨੂੰ 6 ਇਹ ਮਾਇਰਾਂ ਦਾ ਕੰਮ ਹੈ। ਅਸੀਂ ਪਹਿਲਾਂ ਕਲੀਅਰ ਕਰ ਦਿੱਤਾ ਹੈ। ਸਹਿਮਤ ਹਾਂ, ਲੇਕਿਨ ਮੈਂ ਉਹਦੇ ਤੇ ਬੜੀ ਦੇਖੋ ਹਾਲੇ ਵੀ ਉਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਚਰਨਜੀਤ ਸਿੰਘ ਜੀ ਜਿਸ ਦਿਨ ਤੇ ਅਡਰੀ ਹੋਂਦ ਦੇ ਪ੍ਰਤੀ ਨਾਨਕਸ਼ਾਹੀ ਮੇਰੀ ਗੱਲ ਸੁਣ ਚਰਨਜੀਤ ਸਿੰਘ, ਮੇਰੀ ਗੱਲ ਤੁਹਾਡੀ ਮੈਨੂੰ ਸਮਝ ਆ ਗਈ। ਤੁਸੀਂ ਕੀ ਪੁੱਛਣਾ ਚਾਹੁੰਦੇ ਜੇ? ਜਿਸ ਦਿਨ ਉਹਨਾਂ ਨੇ ਇਹ ਕਤਲ ਕੀਤਾ ਸੀ, ਸ਼੍ਰੋਮਣੀ ਕਮੇਟੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਟਕਸਾਲ ਦੇ ਮੁਖੀ ਨੇ, ਅਸੀਂ ਜੋ ਵੱਧ ਤੋਂ ਵੱਧ ਕਹਿ ਸਕਦੇ ਸੀ ਅਸੀਂ ਉਦੋਂ ਕਹਿ ਦਿੱਤਾ ਸੀ। ਤੁਸੀਂ ਜਾਣਕਾਰ ਜੇ। ਪਰ ਜਿਨ੍ਹਾਂ ਨੇ ਕਰ ਦਿੱਤਾ ਹੁਣ ਅਸੀਂ ਉਹਨਾਂ ਤੇ ਅਫਸੋਸ ਕਰ ਸਕਦੇ ਹਾਂ। ਪਰ ਹੁਣ ਸਾਡੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹ ਇਹ ਹੈ ਕਿ ਇਹ ਮੁੜ ਬਹਾਲ ਹੋਣਾ ਚਾਹੀਦਾ। ਜਿਹੜਾ ਨਮੂਨਾ ਜੇ ਉਹਨਾਂ ਨੇ 7 ਸਾਲ ਆਪਣੀ ਕੋਸ਼ਿਸ਼ ਕਰਕੇ ਅਕਾਲ ਤਖਤ ਤੋਂ ਇਹਦਾ ਕਤਲ ਕਰਵਾਇਆ ਹੈ ਜਾਂ ਇਹਦੀ ਰੂਹ ਮਾਰੀ ਹੈ, ਅਸੀਂ ਆਪਣੀ ਕੋਸ਼ਿਸ਼ ਕਰਕੇ ਇਹਨੂੰ ਮੁੜ ਬਹਾਲ ਕਰਾਉਣਾ, ਇਹਨੂੰ ਮੁੜ ਜਿਉਂਦਾ ਕਰਨਾ। ਅੱਜ ਵੀ ਸਰਗਰਮ ਨੇ ਨਾ, ਉਹ ਤੇ ਅੱਜ ਵੀ ਸਰਗਰਮ ਨੇ। ਦੇਖੋ ਉਹਨਾਂ ਨੇ ਇਹਦੇ ਸਰਗਰਮ ਰਹਿਣਾ ਹੀ ਆ, ਕਿਉਂਕਿ ਉਹਨਾਂ ਨੇ ਇਹਨੂੰ ਕੱਟਿਆ ਵੱਢਿਆ, ਇਹਦੀ ਰੂਹ ਦਾ ਕਤਲ ਕੀਤਾ। ਸਾਡਾ ਕੰਮ ਹੈ ਕਿ ਉਹਨੂੰ ਦੁਬਾਰਾ ਰਿਵਾਈਵ ਕਰਨਾ ਤੇ 2003 ਜਿਹੜਾ ਮੂਲ ਸਿਲੰਡਰ ਜਾਰੀ ਹੋਇਆ ਸੀਗਾ ਉਹੀ ਰਹਿਣਾ। ਉਸੇ ਨਮੂਨੇ ਦੇ ਉੱਤੇ ਆਪਾਂ ਚੱਲਣ ਦਾ ਜਿਹੜਾ ਪ੍ਰਣ ਲੈ ਕੇ ਚੱਲੇ ਹੋਏ ਆ ਜੀ। 2003 ਤੋਂ ਲੈ ਕੇ 2010 ਤੱਕ ਚੱਲਿਆ। ਉਸ ਤੋਂ ਬਾਅਦ ਅਸੀਂ ਇਹ ਬੀੜਾ ਚੁੱਕ ਲਿਆ ਉਸੇ ਤਰੀ ਨੂੰ ਚਲਾਉਣ ਦਾ। ਪਰ ਜਿਹੜਾ ਨਮੂਨਾ ਸੀ ਉਹਦੇ ਵਿੱਚ ਤੇ ਗੁਰਮੁਖੀ ਸੀ ਨਾ, ਉਹਦੇ ਚ ਇੰਗਲਿਸ਼ ਦੇ ਨਾ ਤਰੀਕਾਂ ਜਿਹੜੀਆਂ ਹੁੰਦੀਆਂ ਇੰਗਲਿਸ਼ੀ ਸੀ, ਗੁਰਮੁਖੀ ਹੈ। ਗੁਰਮੁਖੀਆਂ ਜੀ ਨਹੀਂ ਪੰਜਾਬੀ 'ਚ ਹੈ। ਤੁਸੀਂ ਦੇਖੋ ਚੇਤ ਵਿਸਾਖ ਦੇ ਮੈਂ ਜਿਹੜੀ ਬੰਤਰ ਹੈ ਉਹਦੀ ਜਿਹੜੀ ਹੈ ਜੀ, ਅੱਛਾ ਬੰਤਰ ਹੈ, ਬੰਤਰ ਜਿਹੜੀ ਉਹ ਗੁਰਮੁਖੀ ਸੀ। ਆਪਾਂ ਅੰਗਰੇਜ਼ੀ ਅੱਖਰ ਲੱਲੇ ਨਹੀਂ ਜੀ ਹੁਣ, ਕਿਉਂਕਿ ਇਹ ਅੰਗਰੇਜ਼ੀ ਭਾਸ਼ਾ ਤੁਸੀਂ ਮੈਂ ਦੱਸਦਾ। ਮੈਂ ਤੁਸੀਂ ਇੱਕ ਸਵਾਲ ਕਰਕੇ ਜਵਾਬ ਲਿਆ ਕਰੋ। ਸਾਰਾ ਲੈ ਲਓ ਜੀ। ਸਲੋਗਨ ਜਿਹੜਾ ਸਾਨੂੰ ਕੋਈ ਪੰਜਾਬੀ ਚ ਨਹੀਂ ਢੁਕਵਾਂ ਮਿਲਿਆ ਜੀ ਧੰਨਵਾਦ ਕਰਨ ਦੇ ਲਈ। ਆ ਮਿਲਿਆ ਜੀ, ਥੱਲੇ ਪੰਜਾਬੀ 'ਚ ਲਿਖਿਆ। ਜੇ ਤੁਸੀਂ ਉਹਨੂੰ ਅੱਗੇ ਹੋ ਕੇ ਪੜ੍ਹ ਲਓ, ਪੜ੍ਹੋ। ਦੁਆ ਸ਼ੁਕਰਾਨਾ ਨਹੀਂ, ਤੁਸੀਂ ਦੇਖੋ ਪੰਜਾਬੀ 'ਚ ਦੁਆ ਸ਼ੁਕਰਾਨਾ ਕੀਤਾ ਹੋਇਆ। ਪੰਜਾਬ ਸਰਕਾਰ ਕਹਿੰਦੀ ਜੀ ਗੁਰਮੁਖੀ ਨੂੰ ਲਓ ਜੀ, ਆਪਾਂ ਪੰਜਾਬੀ ਨੂੰ ਲਈਏ ਕਹਿੰਦਾ ਜੀ, ਆਪਾਂ ਇੰਗਲਿਸ਼ ਨੂੰ। ਅੰਮ੍ਰਿਤਪਾਲ ਜੀ ਤੁਸੀਂ ਜਵਾਬ ਲੈ ਲਿਆ ਕਰੋ ਪੰਜਾਬੀ 'ਚ। ਇੱਕ ਮਿੰਟ ਦੁਆ ਸ਼ੁਕਰਾਨਾ ਪੜ੍ਹ ਲਿਆ ਨਾ? ਚਲੋ। ਦੂਜੀ ਗੱਲ, ਅਸੀਂ ਤੁਹਾਨੂੰ ਪਹਿਲਾਂ ਕਹਿਤਾ ਸੀਗਾ ਕਿ ਅਸੀਂ ਪਾਕਿਸਤਾਨ ਵੀ ਭੇਜਣਾ ਤੇ ਵਿਦੇਸ਼ 'ਚ ਵੀ ਭੇਜਣਾ, ਇਸ ਕਰਕੇ ਇਹਨੂੰ ਜ਼ਿਆਦਾ ਇੰਗਲਿਸ਼ ਸੈਂਟਰਡ ਕੀਤਾ ਗਿਆ ਕਿ ਉੱਥੇ ਦੇ ਲੋਕ ਵੀ ਪੜ੍ਹ ਲੈਣ। ਤੁਸੀਂ ਸਾਡੇ ਕੋਲ ਜਵਾਬ ਲਾਉਣਾ। ਕਰਤਾਰਪੁਰ ਸਾਹਿਬ ਲਾਂਘਾ ਖੁੱਲ ਗਿਆ, ਸਿੱਖ ਕੌਮ ਇੱਥੇ ਸੰਤੁਸ਼ਟ ਆ ਕਿ ਇਸ ਤੋਂ ਅੱਗੇ 1-2 ਕਦਮ ਹੋਰ ਅੱਗੇ ਜਾ ਕੇ ਪਾਕਿਸਤਾਨ ਕੋਲ ਅਪੀਲਾਂ ਕਰਕੇ ਜਾਂ ਕੋਈ ਚੈਨਲ ਚਲਾ ਕੇ ਹੋ ਜੇ ਵੀ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਵੀ ਸੰਗਤਾਂ ਇਸ ਤਰ੍ਹਾਂ ਹੀ ਦਰਸ਼ਨ ਕਰ ਸਕਣ, ਭਾਵੇਂ ਉਹਨਾਂ ਨੂੰ ਪਾਸਪੋਰਟ ਰਾਹੀਂ ਬਾਈ ਬੱਸ ਲਿਜਾਇਆ ਜਾਵੇ, ਇੱਕ ਦਿਨ ਰੱਖ ਕੇ ਅਗਲੇ ਦਿਨ ਵਾਪਸ ਭੇਜ ਦਿੱਤਾ ਜਾਵੇ। ਨਹੀਂ, ਅਸੀਂ ਤਾਂ ਕਹਿੰਦੇ ਆ ਕਿ ਨੇਪਾਲ ਇੰਡੀਆ ਦੀ ਤਰਜ਼ ਤੇ ਬਾਰਡਰ ਖੁੱਲਣਾ ਚਾਹੀਦਾ। ਕੋਈ ਸਟੈਪ ਹੋ ਜੇ ਬਾਰਡਰ ਤੱਕ ਜਾਣਾ ਚਾਹੀਦਾ। ਇਸ ਤੋਂ ਅੱਗੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਬਿਲਕੁਲ ਕਹਿੰਦੇ ਆ, ਅਸੀਂ ਇਹ ਕਹਿੰਦੇ ਆ ਕਿ ਨੇਪਾਲ ਇੰਡੀਆ ਦੀ ਤਰਜ਼ ਤੇ ਇੰਡੀਆ ਪਾਕਿਸਤਾਨ ਬਾਰਡਰ ਖੁੱਲਣਾ ਚਾਹੀਦਾ। ਘੱਟੋ ਘੱਟ ਵਾਘਾ ਬਾਰਡਰ ਖੁੱਲਣਾ ਚਾਹੀਦਾ ਔਰ ਇੱਕ ਲਿਮਿਟਡ ਪੀਰੀਅਡ ਤੇ ਨਨਕਾਣਾ ਸਾਹਿਬ ਦੀ ਜਿਹੜੀ ਸਾਡੀ ਅਰਦਾਸ ਹੈ ਖੁੱਲੇ ਦਰਸ਼ਨ ਦੀਦਾਰਾਂ ਦੀ, ਉਹ ਪੂਰੀ ਹੋਣੀ ਚਾਹੀਦੀ ਹੈ। ਔਰ ਸਿਰਫ ਆਈਡੀ ਪ੍ਰੂਫ ਦੇ ਕੇ ਜਦੋਂ ਤੁਸੀਂ ਸਾਰੇ ਦੇਸ਼ ਦੇ ਵਿੱਚ ਇੱਕ ਜਿਹੜਾ ਆਧਾਰ ਕਾਰਡ ਬਣਾ ਲਿਆ ਤੇ ਤੁਸੀਂ ਉਸ ਆਧਾਰ ਕਾਰਡ ਦੇ ਹੀ ਮਤਲਬ ਜਿੱਦਾਂ ਆਪਾਂ ਨੇਪਾਲ ਜਾਂਦੇ ਹਾਂ ਉੱਥੇ ਆਪਾਂ ਆਪਣੀ ਆਇਡੈਂਟੀਟੀ ਦਿਖਾਉਂਦੇ ਹਾਂ, ਜਾ ਸਕਦੇ ਹਾਂ ਨਾ, ਇਸੇ ਤਰ੍ਹਾਂ ਤੁਸੀਂ ਨਨਕਾਣਾ ਸਾਹਿਬ ਜਾਣ ਦੀ ਵੀ ਇਜਾਜ਼ਤ ਹੋਣੀ ਚਾਹੀਦੀ ਹੈ ਔਰ ਇਹ ਸਟੈਪ ਬਾਈ ਸਟੈਪ ਅੱਗੇ ਵਧਣੀ ਚਾਹੀਦੀ ਗੱਲ। ਪਾਸਪੋਰਟ ਵਾਲੀ ਹੈ ਜਿਹੜੀ ਸ਼ਰਤ ਉਹ ਖਤਮ ਹੋਣੀ ਚਾਹੀਦੀ ਹੈ ਇੱਥੇ ਵੀ, ਜਿੱਦਾਂ ਨੇਪਾਲ 'ਚ ਖਤਮ ਹੈ। ਨੇਪਾਲ 'ਚ ਖਤਮ ਹੈ। ਜਿਹੋ ਜਿਹੇ ਇਹਨਾਂ ਦੋਨਾਂ ਮੁਲਕਾਂ ਦੇ ਹਾਲਾਤ ਨੇ ਉਹ ਤੇ ਆਸ ਨਹੀਂ ਰੱਖੀ ਜਾ ਸਕਦੀ ਪਾਸਪੋਰਟ। ਨਹੀਂ ਜੀ, ਆਸ ਤੇ ਲਾਂਘੇ ਦੀ ਵੀ ਨਹੀਂ ਸੀ, ਆਸ ਤੇ ਲਾਂਘੇ ਦੀ ਵੀ ਨਹੀਂ ਸੀ। ਲਾਂਘੇ ਤੱਕ ਰੱਖੀ ਜਾ ਸਕਦੀ, ਇਸ ਗੁਰਦੁਆਰਾ ਸਾਹਿਬ ਤੱਕ, ਬਾਕੀ ਗੁਰਦੁਆਰਿਆਂ ਤੱਕ ਨਹੀਂ ਰੱਖੀ ਜਾ ਨਹੀਂ ਜਸ ਜੀ, 2 ਸਾਲ ਪਹਿਲਾਂ ਲਾਂਘੇ ਦੀ ਵੀ ਆਸ ਨਹੀਂ ਸੀ। ਬਹੁਤ ਆਸ ਤਾਂ ਰੱਖਣੀ ਚਾਹੀਦੀ ਆ। ਆਪਾਂ ਅਰਦਾਸ ਹੀ ਕਰਦੇ ਆ ਰਹੇ ਆ ਨਾ 72 ਸਾਲਾਂ ਤੋਂ। ਇੱਕ ਦਿਨ ਇਹ ਅਰਦਾਸ ਪੂਰੀ ਹੋਈ। ਨਹੀਂ, ਅਰਦਾਸ ਨੇ ਇੱਕ ਟਾਈਮ ਲਿਆ।
ਅਸੀਂ ਬੜੀ ਦੇਰ ਸੰਘਰਸ਼ ਕੀਤਾ ਕਿ ਮੈਮੋਰੀਅਲ ਬਣੇ ਸੰ ਜਰਨੈਲ ਸਿੰਘ ਦੀ ਯਾਦ 'ਚ, ਪਰ ਬਣਿਆ ਉਦੋਂ ਜਦੋਂ ਦੋ ਤਰ੍ਹਾਂ ਦੀ ਆਪਸ ਵਿੱਚ ਨੇੜਤਾ ਹੋ ਗਈ, ਦੋਸਤੀ ਹੋ ਗਈ। ਸਾਹਿਬ ਦੇ ਕੇ ਆਏ ਹੋ ਜੀ ਕੈਲੰਡਰ ਹਾਂ ਦੇ ਆਏ ਹਾਂ ਜੀ। ਉਹਨਾਂ ਨੇ ਪ੍ਰਵਾਨ ਕਰ ਹਾਂਜੀ ਰੱਖ ਲਿਆ, ਪ੍ਰਵਾਨ ਕੀਤਾ ਤੇ ਤੁਹਾਨੂੰ ਦੱਸਣਗੇ, ਤੁਹਾਡੇ ਕੋਲ ਕਮੈਂਟ ਦੇਣਗੇ, ਅਸੀਂ ਉਹਨਾਂ ਨੂੰ ਦੇ ਆਏ। ਸਕੱਤਰੇਤ ਜਿਹਨਾਂ ਨੈਕਸਟ ਦੇ ਤੁਹਾਡੀ ਡਿਮਾਂਡ ਜਿਹੜੀ ਹੈਗੀ ਆ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਕੀ ਰਹੇਗੀ ਕੈਲੰਡਰ ਨੂੰ ਲੈ ਕੇ? ਅਸੀਂ ਪਹਿਲਾਂ ਕਲੀਅਰ ਕਰ ਦਿੱਤੀ ਹੈ ਸ਼੍ਰੋਮਣੀ ਕਿ ਗੁਰਦੁਆਰਾ ਗਿਆਨੀ ਗੁਰਬਚਨ ਸਿੰਘ ਨੇ ਜਿਹੜੀ ਗਲਤੀ ਕੀਤੀ ਹੈ, ਜਿਹੜੀ ਇਹਦੀ ਰੂਹ ਦਾ ਕਤਲ ਕੀਤਾ, ਉਸੇ ਪਦਵੀ ਤੇ ਜਿਹੜੇ ਹੁਣ ਮੌਜੂਦਾ ਸ਼ਖਸੀਅਤ ਬੈਠੇ ਨੇ, ਸੇਵਾ ਨਿਭਾ ਰਹੇ ਨੇ, ਉਹ ਪਿਛਲੀ ਗਲਤੀ ਨੂੰ ਸੁਧਾਰਨ, ਆਪਣੇ ਹੀ ਜਥੇਦਾਰ ਦੀ, ਪਹਿਲੇ ਜਥੇਦਾਰ ਦੀ ਗਲਤੀ ਸੁਧਾਰਨ। ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਹੈ ਕਿ ਜਿਹੜਾ ਤੁਹਾਡਾ ਜਰਨਲ ਹਾਊਸ ਦਾ ਮਤਾ ਸੀ ਇਸ ਦੇ ਹੱਕ ਵਿੱਚ, ਉਸ ਨੂੰ ਲਾਗੂ ਕੀਤਾ ਜਾਏ, ਨਾ ਕਿ 2010 ਜਿਹੜਾ ਐਗਜ਼ੈਕਟਿਵ ਦਾ ਫੈਸਲਾ ਸੀ ਉਸ ਨੂੰ ਲਾਗੂ ਕੀਤਾ ਜਾਏ। ਜਨਰਲ ਹਾਊਸ ਦੇ ਮਤੇ ਦੇ ਨਾਲ ਚੱਲਿਆ ਜਾਵੇ। ਕੁਝ ਸਿੱਖ ਜਥੇਬੰਦੀਆਂ ਢੀਂਡਸਾ ਹੋ ਰਹੀ ਜਾਂ ਹੋਰ ਨੇ ਜਿਹੜੇ, ਉਹ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਸਤੇ ਕੋਸ਼ਿਸ਼ਾਂ ਕਰ ਰਹੇ ਆ ਕਿ ਸਾਰੇ ਇੱਕ ਪਲੇਟਫਾਰਮ ਤੇ ਹੋ ਕੇ ਇਕੱਠੇ ਚੋਣਾਂ ਲੜੀਏ। ਦਲ ਖਾਲਸਾ ਵੀ ਉਹਨਾਂ ਦਾ ਸਾਥ ਦੇਊਗਾ ਜੀ? ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।